ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਵਿੱਚ ਹੋਏ ਕ੍ਰਾਂਤੀਕਾਰੀ ਬਦਲਾਵਾਂ ਤੇ ਆਧਾਰਿਤ ਪ੍ਰੋਗਰਾਮ ਨਵੀਆਂ ਪੈੜਾਂ ਲੈ ਕੇ ਹਾਜ਼ਰ ਹਾਂ। ਮੈਂ ਅਮਰਦੀਪ ਬਾਠ ਤੇ ਮੇਰੇ ਨਾਲ ਨੇ ਡਾਕਟਰ ਸੁਖਦਰਸ਼ਨ ਚਹਿਲ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਕੀ ਤੁਸੀਂ ਕਦੇ ਕਿਸੇ ਪ੍ਰਿੰਸੀਪਲ ਨੂੰ ਫਾਈਨ ਹੁੰਦਾ ਸੁਣਿਆ? ਨਹੀਂ, ਮੈਂ ਤਾਂ ਆਪਣੇ ਜੀਵਨ 'ਚ ਨਾ ਕਿਸੇ ਅਧਿਆਪਕ ਨੂੰ ਨਾ ਪ੍ਰਿੰਸੀਪਲ ਨੂੰ ਫਾਈਨ ਹੁੰਦਾ ਨਹੀਂ ਸੁਣਿਆ ਜੀ। ਤਾਂ ਦਰਸ਼ਕਾਂ ਨੂੰ ਅੱਜ ਅਸੀਂ ਜਿਹੜਾ ਸਭ ਤੋਂ ਪਹਿਲਾਂ ਸਕੂਲ ਦਿਖਾਵਾਂਗੇ ਉਹਦੇ ਵਿੱਚ ਇਹ ਇੱਕ ਬੜਾ ਵਿਲੱਖਣ ਜਿਹੜਾ ਕਨਸੈਪਟ ਆ ਉਹ ਦਿਖਾਇਆ ਜਾਵੇਗਾ। ਉਹ ਸਕੂਲ ਦੇ ਵਿੱਚ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦੀ ਸੋਚ ਮੁਤਾਬਕ ਉਹਨਾਂ ਨੇ ਇੱਕ ਬਾਲ ਸੰਸਦ ਬਣਾਈ ਹੋਈ ਆ। ਵਾਹ ਜੀ ਵਾਹ। ਤੇ ਬਾਲ ਸੰਸਦ ਜਿਹੜੀ ਆ ਉਹਦੇ ਕੀ ਫਾਇਦੇ ਹੋ ਸਕਦੇ ਆ, ਇਹ ਤੁਸੀਂ ਦੱਸ ਦਿਓ। ਦੇਖੋ, ਬੱਚਿਆਂ ਦੇ ਵਿੱਚ ਜਿੱਥੇ ਸਾਡਾ ਮਕਸਦ ਰਹਿੰਦਾ ਹਮੇਸ਼ਾ ਹੀ ਕਿ ਅਸੀਂ ਬੱਚਿਆਂ ਦਾ ਬਹੁਪੱਖੀ ਵਿਕਾਸ ਕਰੀਏ, ਉਹਦੇ ਵਿੱਚ ਉਹਨਾਂ ਦੇ ਇੱਕ ਲੀਡਰਸ਼ਿਪ ਕੁਆਲਿਟੀ ਪੈਦਾ ਕਰਨ ਵਾਸਤੇ ਔਰ ਉਸ ਦੇ ਨਾਲ ਨਾਲ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨਕ ਢਾਂਚਾ ਹੈ, ਚਾਹੇ ਉਹ ਲੋਕ ਸਭਾ, ਰਾਜ ਸਭਾ ਜਾਂ ਹੋਰ ਵਿਧਾਨ ਸਭਾ ਹੈ, ਉਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਇੱਕ ਬਹੁਤ ਹੀ ਜਿਹੜਾ ਅਨੋਖਾ ਵਚਿੱਤਰ ਉਪਰਾਲਾ ਹੈ ਸਾਡੇ ਦੇਸ਼ ਦੇ ਸਿੱਖਿਆ ਢਾਂਚੇ ਦੇ ਵਿੱਚ। ਤੇ ਇਸ ਦਾ ਸਿਹਰਾ ਅਮਰਦੀਪ ਜੀ ਕਿਹੜੇ ਜ਼ਿਲ੍ਹੇ ਨੂੰ ਜਾਂਦਾ ਹੈ? ਅੱਜ ਅਸੀਂ ਦਰਸ਼ਕਾਂ ਨੂੰ ਲੈ ਕੇ ਜਾ ਰਹੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ। ਤਾਂ ਅੱਜ ਅਸੀਂ ਦੇਖਾਂਗੇ ਝਲਕੀਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਸਕੂਲਾਂ ਦੀਆਂ। ਜ਼ਿਲ੍ਹਾ ਫਿਰੋਜ਼ਪੁਰ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਇਹ ਸਰਹੱਦੀ ਜ਼ਿਲ੍ਹਾ ਹੈ, ਪਹਿਲਾਂ ਸ਼ਹੀਦਾਂ ਦੀ ਧਰਤੀ ਹੈ। ਉੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਨਾਂ ਦੀਆਂ ਸਮਾਧੀਆਂ ਉੱਥੇ ਨੇ, ਜਿੱਥੇ ਅਸੀਂ ਹਰ ਸਾਲ ਹਰ ਰੋਜ਼ ਹੀ ਲੋਕ ਉੱਥੇ ਸਜਦਾ ਕਰਨ ਜਾਂਦੇ ਆ। ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਦੇ ਵਿੱਚ ਇੱਕ ਵੱਡੀ ਛਾਉਣੀ ਹੋਣ ਕਰਕੇ ਇਸ ਜ਼ਿਲ੍ਹੇ ਦਾ ਜਿਹੜਾ ਨਾਮ ਹੈ ਉਹ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਿਹਾ। ਅਤੇ ਹੁਣ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਜੋ ਇੱਥੇ ਕੰਮ ਕੀਤਾ ਹੈ, ਸਾਡੇ ਸਕੂਲ ਮੁਖੀਆਂ ਨੇ, ਸਾਡੇ ਅਧਿਆਪਕਾਂ ਨੇ ਅਤੇ ਸਾਡੇ ਵਿਦਿਆਰਥੀਆਂ ਨੇ ਜੋ ਵਿੱਦਿਅਕ ਮੱਲਾਂ ਮਾਰੀਆਂ ਨੇ, ਤਾਂ ਇਸ ਜ਼ਿਲ੍ਹੇ ਦੀ ਪਹਿਚਾਣ ਨੂੰ ਗੂੜ੍ਹਾ ਕਰਨ ਦੇ ਵਿੱਚ ਇੱਕ ਨਵਾਂ ਅਧਿਆਇ ਜਿਹੜਾ ਜੋੜ ਦਿੱਤਾ ਹੈ। ਆਓ ਫਿਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਤੇ ਦੇਖਦੇ ਹਾਂ ਕੁਝ ਝਲਕੀਆਂ। राकेश शर्मा, प्रिंसीपल शहीद गुरदास राम मैमोरीयल सरकारी कन्या सीनियर सैकेंडरी स्मार्ट स्कूल जीरा। मैं इस वक्त जिले के स्मार्ट स्कूल मैंटर के तौर पर भी काम कर रहा हाँ और पंजाब सरकार वालों सिक्ख्या विभाग वालों जो स्मार्ट स्कूल मुहिम चलाई गई है, इस दे नाल जिथे किते अज तो 10 साल पहला या 5 साल पहला कुछ लोग निजी पद्धर ते उद्यम करके स्कूलों को सोहना बना रहे सी और उन्हों की मेनटेनेंस कर रहे थे। उस चीज़ को जरनलाइज करके एक कंसैप्ट बना के सिक्ख्या विभाग ने उन्होंने ਸਾਰੇ ਸਕੂਲਾਂ 'ਤੇ ਲਾਗੂ ਕੀਤਾ ਔਰ ਉਸ ਦਾ ਨਤੀਜਾ ਇਹ ਹੋਇਆ ਕਿ ਅੱਜ ਸਾਡੇ ਸਰਕਾਰੀ ਸਕੂਲ ਦੁਨੀਆ ਦੇ ਕਿਸੇ ਤਰ੍ਹਾਂ ਦੇ ਵੀ ਸਕੂਲਾਂ ਨਾਲੋਂ ਬਿਹਤਰ ਸਕੂਲ ਨੇ ਔਰ ਇਹਦਾ ਨਤੀਜਾ ਇਸ ਰੂਪ 'ਚ ਸਾਹਮਣੇ ਆ ਰਿਹਾ ਕਿ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਐਡਮਿਸ਼ਨ ਕੈਂਸਲ ਕਰਵਾ ਕੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ। ਮੈਂ ਚਮਕੌਰ ਸਿੰਘ, ਪ੍ਰਿੰਸੀਪਲ ਜੀਵਨਮਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਇਸ ਸਮੇਂ ਸਰਕਾਰੀ ਸਕੂਲਾਂ 'ਚ ਐਨਰੋਲਮੈਂਟ ਦਾ ਜੋ ਵਾਧਾ ਹੋ ਰਿਹਾ ਹੈ, ਉਹਦੇ ਵਿੱਚ ਸਰਕਾਰੀ ਸਕੂਲਾਂ ਦੀ ਬਦਲੀ ਹੋਈ ਦਿੱਖ, ਬਦਲੀ ਹੋਈ ਨੁਹਾਰ, ਉਹਦੇ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਉਹਦੇ ਬਿਲਡਿੰਗ ਦੇ ਵਿੱਚ ਬੇਮਿਸਾਲ ਸੁਧਾਰ, ਉਹਦੀਆਂ ਗਰਾਊਂਡਾਂ ਦੇ ਵਿੱਚ ਬੇਮਿਸਾਲ ਸੁਧਾਰ, ਉੱਥੇ ਬਣੀਆਂ ਸਮਾਰਟ ਲੈਬਸ, ਸਮਾਰਟ ਸਕੂਲਾਂ ਵਿੱਚ ਸਕੂਲਾਂ ਦਾ ਤਬਦੀਲ ਹੋਣਾ, ਇਹ ਸਭ ਗੱਲਾਂ ਜਿਹੜੀਆਂ ਸੁਸਾਇਟੀ ਦੇ ਵਿੱਚ ਲਿਜਾਣ 'ਚ ਜਿਹੜਾ ਡਿਪਾਰਟਮੈਂਟ ਆ ਉਹ ਕਾਮਯਾਬ ਹੋਇਆ ਹੈ। ਇਸ ਅਜੂਬੇ ਦਾ ਨਿਰਮਾਣ ਸਾਡੇ ਸਕੂਲ ਦੀ ਸੰਸਥਾ ਵੱਲੋਂ ਕਰਵਾਇਆ ਗਿਆ ਹੈ। ਸਾਡੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਕੇਸ਼ ਸ਼ਰਮਾ ਜੀ ਦੁਆਰਾ ਇਸ ਦਾ ਨਿਰਮਾਣ ਕਰਵਾਇਆ ਗਿਆ ਹੈ। ਚਿੱਤਰਕਾਰ ਰਣਧੀਰ ਸਿੰਘ ਅਤੇ ਕਲਾਕਾਰ ਨਵਤੇਜ ਸਿੰਘ ਦੁਆਰਾ ਇਸ ਦੀ ਬਹੁਤ ਮਿਹਨਤ ਅਤੇ ਲਗਨ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ। ਮੈਂ ਅੱਜ ਤੁਹਾਨੂੰ ਸੂਰਜ ਦੇ ਪਰਿਵਾਰ ਬਾਰੇ ਦੱਸਣਾ ਚਾਹੁੰਦੀ ਹਾਂ। ਸੂਰਜ ਦੇ ਵੱਖ-ਵੱਖ ਗ੍ਰਹਿ ਹੁੰਦੇ ਹਨ ਜੋ ਇਸ ਦੀ ਦੂਰੀ ਦੇ ਆਧਾਰ 'ਤੇ ਹੁੰਦੇ ਹਨ। ਇਹ ਭਿੰਨ-ਭਿੰਨ ਆਕਾਰ ਦੇ ਹੁੰਦੇ ਹਨ। ਸਭ ਤੋਂ ਪਹਿਲਾ ਗ੍ਰਹਿ ਹੈ ਬੁੱਧ ਦਾ ਆਕਾਰ ਦੇ ਵਿਆਸ 'ਤੇ 4878 ਕਿਲੋਮੀਟਰ ਹੈ ਅਤੇ ਇਸ ਦੀ 10 ਲੱਖ ਦੀ ਦੂਰੀ 58 ਹੈ ਅਤੇ ਇਸ ਦਾ ਕੋਈ ਵੀ ਉਪਗ੍ਰਹਿ ਨਹੀਂ ਹੈ। ਉਸ ਤੋਂ ਬਾਅਦ ਆ ਗਿਆ ਆਪਣਾ ਬ੍ਰਹਸਪਤੀ ਆਧਾਰ 'ਤੇ ਵਿਆਸ ਦੇ ਆਧਾਰ 'ਤੇ ਹੈਗਾ ਵਾ 1,42,954 ਕਿਲੋਮੀਟਰ ਅਤੇ ਉਪਗ੍ਰਹਿ ਦੀ ਗਿਣਤੀ ਹੈਗੀ ਆ 63। ਉਸ ਤੋਂ ਬਾਅਦ ਆ ਗਿਆ ਆਪਣਾ ਸ਼ਨੀ, ਅਤੇ ਸ਼ਨੀ ਹੈਗਾ ਵਾ ਇੱਕ ਆਧਾਰ 'ਤੇ ਵਿਆਸ ਦੇ ਆਧਾਰ 'ਤੇ 1,20,536 ਕਿਲੋਮੀਟਰ।
मैं निर्मलजीत कौर ਲੈਕਚਰਰ ਹਿਸਟਰੀ SGRM ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜੀਰਾ ਦੀ ਸਟਾਫ ਮੈਂਬਰ ਹਾਂ ਤੇ ਸਭ ਤੋਂ ਵੱਧ ਖੁਸ਼ੀ ਹੈ ਕਿ ਅਸੀਂ SST ਦਾ ਸਮਾਜਿਕ ਵਿਗਿਆਨ ਦਾ ਉਹ ਮੋਨੂਮੈਂਟ ਬਣਾਇਆ ਹੈ ਜਿਸ ਦੇ ਵਿੱਚ ਆਦਿ ਮਾਨਵ ਤੋਂ ਲੈ ਕੇ ਹੁਣ ਤੱਕ ਦਾ ਪੂਰਾ ਇਤਿਹਾਸ ਸਮਾਇਆ ਹੋਇਆ, ਜਿਸ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਿਤੇ ਨਾ ਕਿਤੇ ਅਚੀਵਮੈਂਟ ਕਰਨ ਦੇ ਲਈ ਪ੍ਰਭਾਵਿਤ ਕਰਦੀਆਂ ਰਹਿੰਦੀਆਂ, ਉਤਸ਼ਾਹਿਤ ਕਰਦੀਆਂ ਰਹਿੰਦੀਆਂ। ਮੈਨੂੰ ਬੜਾ ਹੀ ਮਾਣ ਆ ਕਿ ਸਾਡੇ ਪ੍ਰਿੰਸੀਪਲ ਸਾਹਿਬ ਦੀ ਇਹ ਸੋਚ ਜਿਹੜੀ ਆ ਇਸ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਨੂੰ ਬਣਾਇਆ ਹੈ ਜਿਹੜਾ ਉਹ ਉਹਨਾਂ ਦੇ ਹੀ ਪੁਰਾਣੇ ਸਟੂਡੈਂਟ ਨਵਤੇਜ ਨੇ ਤੇ ਕਲਾਕਾਰੀ ਕੀਤੀ ਹੈ ਜਿਹੜੀ ਰਣਧੀਰ ਸਿੰਘ ਜੀ ਨੇ, ਉਹ ਵੀ ਬਾ ਕਮਾਲ ਕਲਾਕਾਰ ਨੇ ਕਿਉਂਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਆਪਦੀਆਂ ਕਲਾਕਾਰੀ ਜਿਹੜੀ ਦਿਖਾਈ ਹੋਈ ਆ। ਇਸ ਤੋਂ ਬਿਨਾਂ ਮੈਨੂੰ ਇੱਕ ਚੀਜ਼ ਦੇ ਹੋਰ ਹਮੇਸ਼ਾ ਪ੍ਰਾਊਡ ਰਹਿੰਦਾ ਕਿ ਇਹ ਜਿਹੜੀ ਅਸੀਂ ਮੈਡਲ ਵਰਤੀ ਆ ਇਹ ਕੋਈ ਨਾ ਤਾਂ ਅਸੀਂ ਸੀਮੈਂਟ ਨਾਲ ਬਣਾਈ ਆ ਤੇ ਨਾ ਹੀ ਅਸੀਂ ਆਮ ਕੋਈ ਧਾਤ ਵਰਤੀ ਆ, ਇਸ ਨੂੰ ਅਸੀਂ ਫਾਈਬਰ ਨਾਲ ਬਣਾਇਆ ਜਿਹੜਾ ਕਿ ਚਿਰ ਸਥਾਈ ਆ। ਅਸੀਂ ਇਹ ਕੋਈ 2-4 ਸਾਲ 10 ਸਾਲ ਲਈ ਨਹੀਂ, ਇਹ in the long run ਸਾਨੂੰ ਜਿਹੜਾ ਹਮੇਸ਼ਾ ਅਗਵਾਈ ਦਿੰਦਾ ਰਹੂ। Now I will explain you model of persistence of vision. It is a disc of 7 different colors, but when we rotate it, it seems only of off-white grey color, and that is due to persistence of vision. Now I will explain you another example of persistence of vision. As we can see that the parrot and the cage are both on opposite side, but when we rotate it, the parrot appears to be inside the cage. Now I will explain you two models of organic chemistry. It is a model of ethene C2H4. There is carbon-carbon double bond singly bonded with 4 atoms of hydrogen. This is the model of windmill. Windmill is used to generate electricity from wind energy. It is a demonstration model. It works only when the wind is blowing. A dynamo is fitted inside it which converts the wind energy into electrical energy. Let me explain this model. It is the model of bio, DNA, deoxyribose nucleic acid. DNA is the genetic code of the organisms. This is the model of pulley system. Pulley is a simple machine which is used to reverse the direction of uplifting force. When we pull the rope downwards, the load on the other end is pulled upwards. It is the model of mathematics. It is known as 4-dimensional cube or it is also known as tesseract. This is the model of straight line passing through parabola. A solid straight rod passes through parabola without any hindrance. The traversing rod gives a clear idea about the parabola and the tangent. मैं ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਔਰ ਮਾਣ ਦੀ ਗੱਲ ਹੈ ਕਿ ਸਾਡੇ ਇਲਾਕੇ ਦਾ ਸਭ ਤੋਂ ਵਧੀਆ ਸਕੂਲ ਗਰਲ ਸਕੂਲ ਜੀਰਾ ਜਿਹੜਾ ਹੈ ਬਹੁਤ ਹੀ ਉੱਚੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ। ਮੈਂ ਮਾਣ ਮਹਿਸੂਸ ਇਹ ਵੀ ਕਰਦੀ ਹਾਂ ਕਿ ਮੈਂ ਇਸ ਜ਼ਿਲ੍ਹੇ ਦੇ ਵਿੱਚ ਬਤੌਰ ਪ੍ਰਿੰਸੀਪਲ 2010 ਤੋਂ ਲੈ ਕੇ 2019 ਤੱਕ ਕੰਮ ਕੀਤਾ ਹੈ। ਮੈਨੂੰ ਇਸ ਸਟਾਫ ਦੇ ਅਧਿਆਪਕਾਂ ਤੇ ਮਾਣ ਹੈ ਕਿ ਉਹਨਾਂ ਨੇ ਆਪਣੇ ਕੋਲੋਂ ਗ੍ਰਾਂਟ ਇਕੱਠੀ ਕਰਕੇ ਇੱਕ ਕਮਰੇ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਵਿਭਾਗ ਵੱਲੋਂ ਸਾਨੂੰ ਕੁਝ ਕਮਰੇ ਮਿਲੇ ਤੇ ਅਸੀਂ 14 ਕਮਰੇ ਬਣਾਏ ਜਿੱਥੇ ਕਿ ਬੱਚਿਆਂ ਦੀ ਘਾਟ ਕਮਰਿਆਂ ਤੱਕ ਨਾ ਰਹਿ ਸਕੇ ਔਰ ਇਸ ਸਕੂਲ ਦੇ ਵਿੱਚ ਉਦੋਂ 1200 ਦੇ ਲਗਭਗ ਲੜਕੀਆਂ ਪੜ੍ਹਦੀਆਂ ਹਨ ਔਰ ਅੱਜ ਜਿਹੜਾ ਹੈ ਉਸ ਤੋਂ ਵੀ ਬਹੁਤ ਜ਼ਿਆਦਾ ਗਿਣਤੀ ਵੱਧ ਚੁੱਕੀ ਹੈ ਕਿਉਂਕਿ ਇਲਾਕੇ ਦਾ ਵਧੀਆ ਸਕੂਲ ਹੋਣ ਕਰਕੇ ਇਸ ਸਕੂਲ ਦੇ ਵਿੱਚ ਸਾਰੀਆਂ ਸੁਵਿਧਾਵਾਂ ਹਨ ਔਰ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਲਗਭਗ 6000 ਦੇ ਬੱਚਾ ਲਗਭਗ ਆ ਚੁੱਕਿਆ ਹੈ ਔਰ ਹੋਰ ਵੀ ਉਮੀਦ ਹੈ ਸਾਨੂੰ ਕਿ ਸਾਡੇ ਸਕੂਲਾਂ ਦੇ ਵਿੱਚ ਬੱਚੇ ਦਾਖਲ ਹੋਣਗੇ। Today I will share my views on mobiles, a boon or a bane. Mobiles have become a source of major distraction for the students. Young boys and girls seem to have become an addict to these sites. They are thoughtlessly and uselessly wasting their precious time on these useless sites. Today I would like to spread positive vibes with the help of my speech on positive attitude. A positive attitude is a thought process or mindset based on positive thinking. ऐ मेरी ज़मी महबूब मेरी मेरी नस नस में तेरा इश्क बहे फीका न पड़े कभी रंग तेरा जिस मुँह से निकल के खून कहे। माँ तो है जीने में खूबसूरती, तू ना दिखे तो लग मुरझाए फूल सी, तेरे बिना क्या है यहाँ। चले जावांगे ना मुड़ आवांगे, वारी वारी दर पा
Today, my topic is Mother's Day, as this week is considered as Mother's Week. Although every day of our lives would be dedicated to our parents, but as this day is labeled as Mother's Day, so it becomes quite special for our mothers and for us too. Today I'll introduce you with one of the best teaching system, that is smart as digital teaching system that has been prevailed in a school. You will not believe, this has made our teaching level very easy and very simple. The difficult and the complicated topics can be easily understood through this computer. And you know the best part of this projector, that this is a touch LED projector. There is a very well Wi-Fi connection system through which we can open Google, YouTube, and we can see the difficult topics that we want to see. And here is also a very well defined volume connection through which we can increase or decrease the volume as per we want. मैं ਸਰਬਜੀਤ ਇਸ ਸਕੂਲ ਤੋਂ 6 ਸਾਲ ਤੋਂ ਚੇਅਰਮੈਨ ਬਣੀ ਆ ਰਹੀ ਹਾਂ। ਮੈਂ ਸਕੂਲ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਡਿਵੈਲਪਮੈਂਟ ਵੇਖੀ ਹੈ। ਪਿਛਲੇ 2 ਸਾਲਾਂ ਤੋਂ ਬਹੁਤ ਹੀ ਸਕੂਲ ਦਾ ਮਾਹੌਲ ਬਦਲ ਚੁੱਕਿਆ ਹੈ ਅਤੇ ਇੱਥੋਂ ਦੇ ਸਮੂਹ ਤੇ ਪ੍ਰਿੰਸੀਪਲ ਵੀ ਬਹੁਤ ਹੀ ਮਿਹਨਤੀ ਹਨ, ਜਿਨ੍ਹਾਂ ਸਦਕਾ ਬੱਚਿਆਂ ਦੀ ਸਟਰੈਂਥ ਵੀ ਜ਼ਿਆਦਾ ਵਧੀ ਹੈ ਅਗਲੇ ਪਿਛਲੇ 2 ਸਾਲਾਂ ਤੋਂ। ਮੈਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦਾ ਬਹੁਤ ਜ਼ਿਆਦਾ ਯੋਗਦਾਨ ਉਹਨਾਂ ਨੇ ਪਾਇਆ ਹੈ ਤੇ ਮੈਂ ਸੁਸਾਇਟੀ ਨੂੰ ਵੀ ਅਪੀਲ ਕਰਦੀ ਹਾਂ ਕਿ ਉਹਨਾਂ ਦੇ ਮਾਪਿਆਂ ਨੂੰ ਕਹਿੰਦੀ ਹਾਂ ਵੀ ਤੁਸੀਂ ਇੱਕ ਵਾਰ ਸਰਕਾਰੀ ਸਕੂਲ ਵਿੱਚ ਆ ਕੇ ਵੇਖੋ, ਮਾਹੌਲ ਬਹੁਤ ਹੀ ਵਧੀਆ ਬਣ ਚੁੱਕਿਆ ਤੇ ਆਪਣੇ ਬੱਚਿਆਂ ਨੂੰ ਵੀ ਸਰਕਾਰੀ ਸਕੂਲ ਵਿੱਚ ਲਗਾਓ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਜੈਸਮੀਨ ਕੌਰ ਹੈ। ਮੈਂ +2 ਜਮਾਤ ਦੀ ਵਿਦਿਆਰਥਣ ਹਾਂ। ਸਾਡੇ ਸਕੂਲ ਵਿੱਚ ਬਾਲ ਸੰਸਦ ਦਾ ਨਿਰਮਾਣ ਪ੍ਰਿੰਸੀਪਲ ਸਰ ਦੀ ਰਹਿਨੁਮਾਈ ਹੇਠ ਕੀਤਾ ਗਿਆ ਹੈ। ਇਸ ਵਿੱਚ 6ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਲ ਹਨ। ਇਸ ਵਿੱਚ ਸਾਡੇ ਸਕੂਲ ਦੇ ਅਧਿਆਪਕ ਵੀ ਸ਼ਾਮਲ ਹਨ। ਇਸ ਬਾਲ ਸੰਸਦ ਦਾ ਨਿਰਮਾਣ ਜਿਹੜਾ ਕੀਤਾ ਗਿਆ ਹੈ, ਇਸ ਦਾ ਨਿਰਮਾਣ ਵਿਦਿਆਰਥੀਆਂ ਦੀ ਭਲਾਈ ਲਈ ਕੀਤਾ ਗਿਆ ਹੈ। ਬਾਲ ਸੰਸਦ ਦੁਆਰਾ ਜੋ ਨਿਯਮ ਬਣਾਏ ਗਏ ਹਨ, ਉਹਨਾਂ ਨਿਯਮਾਂ ਦੀ ਪਾਲਣਾ ਹਰ ਇੱਕ ਵਿਦਿਆਰਥੀ ਤੋਂ ਲੈ ਕੇ ਪ੍ਰਿੰਸੀਪਲ ਤੱਕ ਸਭ ਨੂੰ ਕਰਨੀ ਪੈਂਦੀ ਹੈ। ਜੇਕਰ ਕੋਈ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਸ ਨੂੰ ਜੁਰਮਾਨਾ ਵੀ ਦੇਣਾ ਪੈਂਦਾ ਹੈ। ਇੱਕ ਵਾਰ ਪ੍ਰਿੰਸੀਪਲ ਸਰ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਦੇ ਆਫਿਸ ਦਾ ਪੱਖਾ ਚੱਲਦਾ ਰਹਿ ਗਿਆ ਸੀ। ਇਸ ਗੱਲ ਦੀ ਚਰਚਾ ਬਾਲ ਸੰਸਦ ਵਿੱਚ ਕੀਤੀ ਗਈ। ਬਾਲ ਸੰਸਦ ਵਿੱਚ ਇਸ ਗੱਲ ਦੀ ਚਰਚਾ ਹੋਣ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਪ੍ਰਿੰਸੀਪਲ ਸਰ ਨੂੰ ਇਸ ਦਾ ਜੁਰਮਾਨਾ ਦੇਣਾ ਪਵੇਗਾ। ਜਦ ਇਹ ਗੱਲ ਪ੍ਰਿੰਸੀਪਲ ਸਰ ਨੂੰ ਕਹੀ ਗਈ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜੁਰਮਾਨਾ ਖੁਸ਼ੀ-ਖੁਸ਼ੀ ਦੇ ਦਿੱਤਾ। ਮੇਰਾ ਨਾਮ ਆਰਜੂ ਹੈ। ਮੈਂ ਡਿਸਿਪਲਿਨ ਡਿਪਾਰਟਮੈਂਟ ਦੀ ਹੈੱਡ ਹਾਂ। ਹੈੱਡ ਹੋਣ ਦੇ ਨਾਤੇ ਡਿਸਿਪਲਿਨ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਡਿਸਿਪਲਿਨ ਜ਼ਿੰਦਗੀ ਦੀ ਜਾਨ ਹੁੰਦਾ ਹੈ। ਵਿਦਿਆਰਥੀ ਸਭ ਤੋਂ ਪਹਿਲਾਂ ਅਸੀਂ ਸੈਲਫ ਡਿਸਿਪਲਿਨ ਦੀ ਗੱਲ ਕਰਦੇ ਹਾਂ। ਵਿਦਿਆਰਥੀ ਸਭ ਤੋਂ ਪਹਿਲਾਂ ਆਪਣੇ ਉੱਤੇ ਡਿਸਿਪਲਿਨ ਲਾਗੂ ਕਰਦਾ ਹੈ। ਇਸ ਤੋਂ ਬਾਅਦ ਉਹ ਕਲਾਸ ਵਿੱਚ ਵਿਦਿਆਰਥੀਆਂ ਨੂੰ ਦੱਸਦਾ ਹੈ। ਇਸ ਨਾਲ ਵਿਦਿਆਰਥੀ ਵੀ ਅਨੁਸ਼ਾਸਨ ਵਿੱਚ ਰਹਿਣਾ ਸਿੱਖ ਲੈਂਦੇ ਹਨ। ਮੈਂ ਹਰਮਨਪ੍ਰੀਤ ਕੌਰ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੀ ਮੰਤਰੀ ਹੋਣ ਦੇ ਨਾਤੇ ਪਾਣੀ ਦੀ ਅਹਿਮੀਅਤ ਨੂੰ ਬਖੂਬੀਅਤ ਜਾਣਦੀ ਹਾਂ। ਜੇਕਰ ਸਾਡੇ ਸਕੂਲ ਵਿੱਚ ਪਾਣੀ ਨਾਲ ਸੰਬੰਧਿਤ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਸ ਨੂੰ ਬਾਲ ਸੰਸਦ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਉਸ ਨਾਲ ਸੰਬੰਧਿਤ ਵਿਚਾਰ ਕੀਤਾ ਜਾਂਦਾ ਹੈ ਤੇ ਉਸ ਨੂੰ ਪ੍ਰਿੰਸੀਪਲ ਤੱਕ ਵੀ ਪਹੁੰਚਾਇਆ ਜਾਂਦਾ ਹੈ ਤਾਂ ਜੋ ਉਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਤੇ ਜੇਕਰ ਕੋਈ ਪਾਣੀ ਦੀ ਵੇਸਟੇਜ ਕਰਦਾ ਹੈ ਤਾਂ ਉਸ ਨੂੰ ਫਾਈਨ ਕੀਤਾ ਜਾਂਦਾ ਹੈ, ਚਾਹੇ ਜੋ ਵਿਦਿਆਰਥੀ ਹੋਵੇ, ਚਾਹੇ ਅਧਿਆਪਕ ਜਾਂ ਪ੍ਰਿੰਸੀਪਲ। ਮੈਂ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੀ ਹੈੱਡ ਹੋਣ ਦੇ ਨਾਤੇ ਬਿਜਲੀ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਸਾਡੇ ਸਕੂਲ ਵਿੱਚ 2 ਇਨਵਰਟਰ ਹਨ ਜੋ ਕਿ ਆਫਿਸ ਅਤੇ ਰਿਸੈਪਸ਼ਨ ਦੇ ਨਜ਼ਦੀਕ ਹਨ। ਇਸ ਤੋਂ ਇਲਾਵਾ ਸਾਡੇ ਸਕੂਲ ਵਿੱਚ ਇੱਕ ਜਨਰੇਟਰ ਵੀ ਹੈ। ਜਨਰੇਟਰ ਵਿੱਚ ਸਮੇਂ-ਸਮੇਂ 'ਤੇ ਤੇਲ ਪਾਉਣ ਦੇ ਲਈ ਅਧਿਆਪਕਾਂ ਦੁਆਰਾ ਕਲੈਕਸ਼ਨ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਵਿਦਿਆਰਥੀ ਜਾਂ ਅਧਿਆਪਕ ਬਿਜਲੀ ਦੀ ਦੁਰਵਰਤੋਂ ਕਰਦੇ ਹੋਏ ਨਜ਼ਰ ਆਵੇ ਤਾਂ ਉਸ ਨੂੰ ਅੱਗੇ ਫਾਈਨ ਵੀ ਲਗਾਏ ਜਾਂਦੇ ਹਨ। ਮੈਂ ਡੈਕੋਰੇਸ਼ਨ ਅਤੇ ਪਲਾਂਟਿੰਗ ਦੇ ਸੰਬੰਧ ਵਿੱਚ ਦੱਸਣਾ ਚਾਹੁੰਦੀ ਹਾਂ। ਮੈਂ ਇਸ ਦੀ ਮੰਤਰਾਲੇ ਦੀ ਪ੍ਰਧਾਨ ਹਾਂ ਤੇ ਮੈਂ ਇਸ ਦੇ ਸੰਬੰਧ ਵਿੱਚ ਬੋਲਣ ਜਾ ਰਹੀ ਹਾਂ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤੇ ਸਾਨੂੰ ਇਸ ਹੋਰ ਵੀ ਬੱਚਿਆਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। So today I am sharing with you an ideal student. So let's get started. An ideal student is appreciated by his teachers and parents. He is not only good in studies but also shows good manners. He works hard to achieve his goal. He is always punctual. He is always confident. ਮੈਨੂੰ ਇਹ ਦੱਸਦੇ ਹੋਏ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਆਪਣੀ ਮੁੱਢਲੀ ਸਿੱਖਿਆ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਜ਼ੀਰਾ ਵਿਖੇ ਪ੍ਰਾਪਤ ਕੀਤੀ ਹੈ ਅਤੇ ਮੈਂ ਇਸੇ ਹੀ ਸਕੂਲ ਵਿੱਚ ਐਜ਼ ਏ ਕੰਪਿਊਟਰ ਟੀਚਰ ਕੰਮ ਕਰ ਰਹੀ ਹਾਂ। ਅੱਜ ਦਾ ਯੁੱਗ ਕੰਪਿਊਟਰ ਯੁੱਗ ਹੈ ਅਤੇ ਕੰਪਿਊਟਰ ਦੇ ਸਾਨੂੰ ਬਹੁਤ ਸਾਰੇ ਫਾਇਦੇ ਹਨ। ਜੇਕਰ IT ਟੈਕਨੋਲੋਜੀ ਨਾ ਹੁੰਦੀ ਤਾਂ ਅੱਜ ਦੇ ਯੁੱਗ ਵਿੱਚ ਬੱਚਿਆਂ ਦੀ ਵਿੱਦਿਆ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਇਸ ਤੋਂ ਇਲਾਵਾ ਅੱਜ ਸਾਰੇ ਹੀ ਸਰਕਾਰੀ ਸਕੂਲਾਂ ਵਿੱਚ ਈ-ਕੰਟੈਂਟ, ਐਜੂਕੇਅਰ ਐਪ ਅਤੇ ਸਮਾਰਟ ਪ੍ਰੋਜੈਕਟਰ ਦੁਆਰਾ ਬੱਚਿਆਂ ਨੂੰ ਘਰ ਬੈਠੇ ਹੀ ਆਨਲਾਈਨ
ਸਿੱਖਿਆ ਦਿੱਤੀ ਜਾ ਰਹੀ ਹੈ। ਮੈਂ ਪਰਮਜੀਤ ਸਿੰਘ DPE SGRM ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੀਰਾ, ਔਰ ਮੈਂ ਮਾਣ ਮਹਿਸੂਸ ਕਰਦਾ ਕਿ ਮੈਂ ਸਕੂਲ ਵਿੱਚ ਕੰਮ ਕਰ ਰਿਹਾ। ਔਰ ਮੈਂ ਤੁਹਾਨੂੰ ਦੱਸਦਾ ਚਾਹਣਾ ਕਿ ਅਸੀਂ ਇਸ ਪੰਜਾਬ ਵਿੱਚ ਇੱਕ ਨਵਾਂ ਕਨਸੈਪਟ ਲੈ ਕੇ ਆਏ ਹਾਂ ਜਿਹਨੂੰ ਕਹਿੰਦੇ ਆ ਫਿਟਨੈਸ ਪਾਰਕ ਜਿਹਦੇ ਵਿੱਚ ਅਸੀਂ ਖੜੇ ਹੋਏ ਹਾਂ। ਇਸ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੀਆਂ 15 ਦੇ ਕਰੀਬ ਮਸ਼ੀਨਾਂ ਲਾਈਆਂ, ਓਪਨ, ਇਹਨੂੰ ਓਪਨ ਜਿਮ ਕਹਿੰਦੇ ਆ, ਪਰ ਅਸੀਂ ਇਸ ਨੂੰ ਨਵਾਂ ਨਾਮ ਦਿੱਤਾ ਫਿਟਨੈਸ ਪਾਰਕ। ਇਸ ਵਿੱਚ ਲੋਕ ਸ਼ਾਮ ਨੂੰ ਸੈਰ ਕਰਨ ਆਉਂਦੇ ਆ ਤੇ ਇਸ ਦਾ ਲਾਭ ਉਠਾਉਂਦੇ। ਇਸ ਦੇ ਨਾਲ ਸਾਨੂੰ ਇਹ ਫਾਇਦਾ ਹੋਇਆ ਕਿ ਇਸ ਨਾਲ ਇਹ ਜਦੋਂ ਲੋਕ ਆਉਂਦੇ ਤਾਂ ਉਹ ਸਾਨੂੰ ਸਾਡੀ ਐਨਰੋਲਮੈਂਟ ਦੇ ਵਾਧੇ ਕਰਨ ਵਿੱਚ ਬਹੁਤ ਹੀ ਸਹਾਇਕ ਹੋਈ ਆ, ਜਿਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਮਦਦ ਮਿਲੀ ਆ। ਵੱਖ-ਵੱਖ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਸਾਡੇ ਨਾਲ ਜੁੜੇ ਆ। ਇਸ ਤੋਂ ਇਲਾਵਾ ਸਾਡੇ ਕੋਲ ਸਰਕਾਰ ਦੀ ਅਤੇ MLA ਸਾਹਿਬ ਦੀ ਸਹਾਇਤਾ ਨਾਲ ਇੱਕ ਜਿਮਨੇਜ਼ੀਅਮ ਹਾਲ ਨੂੰ ਮੁਰੰਮਤ ਕਰਨ ਵਿੱਚ ਸਹਾਇਤਾ ਮਿਲੀ ਹੈ, ਜਿਸ ਨੂੰ ਅਸੀਂ ਇੱਕ ਸਮਾਰਟ ਜਿਮਨੇਜ਼ੀਅਮ ਹਾਲ ਦਾ ਨਾਂ ਦਿੱਤਾ, ਜਿਸ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੀ ਤਕਰੀਬਨ 3 ਤੋਂ 4 ਸਮਾਰਟ ਗਰਾਊਂਡ ਇਸ ਇਨਡੋਰ ਸਮਾਰਟ ਗਰਾਊਂਡ ਜਿਮਨੇਜ਼ੀਅਮ ਹਾਲ ਵਿੱਚ ਬਣਾਏ ਆ, ਜਿਸ ਵਿੱਚ ਬੈਡਮਿੰਟਨ, ਟੇਬਲ ਟੈਨਿਸ, ਕੈਰਮ ਬੋਰਡ, ਚੈਸ। ਉਸ ਤੋਂ ਇਲਾਵਾ ਸਾਡੇ ਕੋਲ ਇੱਕ ਓਪਨ ਵਿੱਚ ਅਸੀਂ ਬਣਾਇਆ ਸਮਾਰਟ ਗਰਾਊਂਡ ਬੈਡਮਿੰਟਨ ਦਾ, ਓਪਨ ਵਿੱਚ ਕਵਰਿੰਗ ਬਣਾਇਆ ਗਰਾਊਂਡ ਵਾਲੀਬਾਲ ਦਾ। ਡਾਕਟਰ ਸਾਹਿਬ, ਦੁਨੀਆ ਤੇ 7 ਅਜੂਬੇ ਸੁਣੇ ਸੀਗੇ, 8ਵਾਂ ਮੈਨੂੰ ਲੱਗਦਾ ਅਸੀਂ ਅੱਜ ਦੇਖ ਲਿਆ। ਸਮਾਜਿਕ ਸਿੱਖਿਆ ਤੇ ਆਧਾਰਿਤ ਇਹ ਜੋ ਅਜੂਬਾ ਬਣਾਇਆ ਗਿਆ, ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਇਹਨੂੰ ਬਹੁਪੱਖੀ ਬਣਾਇਆ ਜਾ ਸਕੇ। ਇੱਕ ਉਹਦਾ ਚੱਕਰ ਲਾਉਣ ਦੇ ਨਾਲ ਹੀ ਵਿਦਿਆਰਥੀ ਨੂੰ ਕਈ ਸਾਰੇ ਜਿਹੜੇ ਕਨਸੈਪਟ ਨੇ ਸਮਾਜਿਕ ਸਿੱਖਿਆ ਨਾਲ ਜੁੜੇ ਹੋਏ ਉਹ ਕਲੀਅਰ ਹੋ ਜਾਂਦੇ ਨੇ। ਦੇਖੋ, ਅੱਜ ਤਾਂ ਪੰਜਾਬ ਦਾ ਜਿਹੜਾ ਸਕੂਲ ਸਿੱਖਿਆ ਵਿਭਾਗ ਹੈ ਉਹੀ ਆਪਣੇ ਆਪ ਦੇ ਵਿੱਚ ਅਜੂਬਾ ਹੈ। ਤੇ ਆਪਾਂ ਦੇਖਿਆ ਕਿ ਪਿਛਲੇ ਦਿਨੀ ਭਾਰਤ ਸਰਕਾਰ ਨੇ ਜੋ ਸਰਵੇਖਣ ਕਰਾਇਆ ਹੈ ਉਹਦੇ 'ਚ ਸਾਡਾ ਸੂਬਾ ਦੇਸ਼ ਭਰ ਦੇ ਵਿੱਚੋਂ ਪਹਿਲੇ ਸਥਾਨ ਤੇ ਆਇਆ ਜੀ। ਅਮਰਦੀਪ ਜੀ, ਇਹ ਸਾਰਾ ਕੁਝ ਤਾਂ ਹੀ ਸੰਭਵ ਹੋਇਆ ਕਿ ਸਾਡੇ ਅਧਿਆਪਕਾਂ ਨੇ, ਜਿਸ ਤਰ੍ਹਾਂ ਆਪਾਂ ਇਸ ਜਿਹੜਾ ਐਪੀਸੋਡ ਦੇ ਵਿੱਚ ਹੁਣ ਤੱਕ ਝਲਕੀਆਂ ਦੇਖੀਆਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਕੂਲਾਂ ਦੀਆਂ, ਉਹਦੇ 'ਚ ਇਸ ਕਿਸਮ ਦੇ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਅਜੂਬੇ, ਖੂਬਸੂਰਤ ਖੇਡ ਮੈਦਾਨ, ਕਾਨਫਰੰਸ ਹਾਲ ਔਰ ਬਾਲਾ ਵਰਕ, ਕਮਾਲ ਦਾ ਬਾਲਾ ਵਰਕ। ਇਸ ਸਕੂਲ ਦੀਆਂ, ਜਿਵੇਂ ਆਪਾਂ ਬਾਰੀ-ਬਾਰੀ ਕਹਿੰਦੇ ਆ ਰਹੇ ਹਾਂ ਕਿ ਕੰਧਾਂ ਬੋਲਦੀਆਂ ਨੇ, ਤੇ ਇਸ ਸਕੂਲ ਦੇ ਵਿੱਚ ਉਹ ਧਾਰਨਾ ਵੀ ਜਿਹੜੀ ਹੈ ਪੱਕੀ ਹੋ ਗਈ ਹੈ। ਤੇ ਇਹਦਾ ਜਿਹੜਾ ਪੂਰਾ ਸਿਹਰਾ ਜਾਂਦਾ ਜਿੱਥੇ ਸਾਡੇ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੈ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਜਿਹੜੀ ਅਗਵਾਈ ਹੈ ਔਰ ਸਕੂਲ ਮੁਖੀਆਂ ਦੀ ਯੋਜਨਾਬੰਦੀ ਹੈ, ਤੇ ਸਾਡੇ ਅਧਿਆਪਕਾਂ ਦੀ ਮਿਹਨਤ ਤੇ ਸਾਡੇ ਬੱਚਿਆਂ ਦੀ ਜਿਹੜੀ ਹੈਗੀ ਹੈ ਲਗਨ ਹੈ, ਇਹ ਚਾਰੇ ਪੰਜੇ ਐਸਪੈਕਟ ਮਿਲ ਕੇ ਇੱਕ ਇਸ ਤਰ੍ਹਾਂ ਦਾ ਜਿਹੜਾ ਵਧੀਆ ਢਾਂਚਾ ਹੈ ਉਹ ਸਾਡੇ ਸੂਬੇ ਦੇ ਵਿੱਚ ਖੜਾ ਹੋ ਗਿਆ। ਤੇ ਇਸੇ ਤਰ੍ਹਾਂ ਤੇ ਸਰ ਜਿਹੜੇ ਸਾਡੇ ਪ੍ਰਾਇਮਰੀ ਸਕੂਲ ਨੇ ਉਹ ਇੱਕ ਬੜੀ ਮਜ਼ਬੂਤ ਬੁਨਿਆਦ ਵਿਦਿਆਰਥੀਆਂ ਨੂੰ ਪ੍ਰਦਾਨ ਕਰ ਰਹੇ ਨੇ। ਤੇ ਆਓ ਫਿਰ ਕੁਝ ਝਲਕੀਆਂ ਦੇਖਦੇ ਹਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੀਆਂ। ਸਿੰਘ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਮਰਖਾਈ, ਜੋ ਸਾਡੇ ਸਕੂਲ ਦੇ ਵਿੱਚ LKG UKG ਦੀਆਂ ਕਲਾਸਿਸ ਸਟਾਰਟ ਕੀਤੀਆਂ ਗਈਆਂ ਨੇ। ਬਹੁਤ ਹੀ ਸ਼ਲਾਘਾਯੋਗ ਗਵਰਨਮੈਂਟ ਦਾ ਕਦਮ ਹੈ। ਜਿਸ ਚੀਜ਼ ਦੀ ਪ੍ਰਾਇਮਰੀ ਸਕੂਲਸ ਦੇ ਵਿੱਚ ਘਾਟ ਸੀਗੀ, ਉਹਦੇ ਵੱਲ ਇੱਕ ਬਹੁਤ ਹੀ ਉਚੇਚੇ ਤੌਰ ਤੇ ਜੋ ਇਹ ਕਦਮ ਉਠਾਏ ਗਏ ਨੇ, ਜਿਸ ਨਾਲ ਸਾਡੇ ਬੱਚਿਆਂ ਦੀ ਐਨਰੋਲਮੈਂਟ ਵਿੱਚ ਵਾਧਾ ਹੋ ਰਿਹਾ ਹੈ। ਤਾਂ ਬੱਚੇ ਜਦੋਂ ਇਸ ਚੀਜ਼ ਨੂੰ ਦੇਖ ਰਹੇ ਨੇ, ਇੰਗਲਿਸ਼ ਮੀਡੀਅਮ 'ਤੇ ਵੱਧ ਫੋਕਸ ਕੀਤਾ ਗਿਆ, ਤਾਂ ਬੱਚੇ ਪੇਰੈਂਟਸ ਅਵੇਅਰ ਹੋ ਰਹੇ ਨੇ, ਗਵਰਨਮੈਂਟ ਸਕੂਲਸ ਦੇ ਵੱਲ ਆਕਰਸ਼ਿਤ ਹੋ ਰਹੇ ਨੇ। ਜਿਵੇਂ ਜੋ ਇੰਗਲਿਸ਼ ਮੀਡੀਅਮ ਹੈਗਾ, ਉਹ ਇੱਥੇ ਵੈਲ ਕੁਆਲੀਫਾਈਡ ਟੀਚਰਸ ਜਿਹੜੇ ਨੇ ਉਹਨਾਂ ਨੂੰ ਅਪਲਾਈ ਕਰ ਰਹੇ ਸੀ ਉਸ ਮੈਥਡ ਨੂੰ, ਤੇ ਬਹੁਤ ਹੀ ਵਧੀਆ ਆਊਟਪੁੱਟ ਨਿਕਲ ਰਹੀ ਹੈ। ਅੱਗੋਂ ਅਸੀਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ, ਕਿਉਂਕਿ ਪ੍ਰੀ ਪ੍ਰਾਇਮਰੀ ਤੋਂ ਬੇਸਿਕ ਜਦੋਂ ਬੱਚੇ ਦਾ ਬੇਸ ਸਟਰੋਂਗ ਹੋ ਜਾਂਦਾ ਹੈ ਤਾਂ ਉਹ ਸੈਕੰਡਰੀ ਸਕੂਲਾਂ ਦੇ ਵਿੱਚ ਜਾਂਦੇ ਨੇ, ਤਾਂ ਉੱਥੇ ਵੀ ਸਾਡੇ ਸਟਾਫ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੁੰਦੀ, ਬਹੁਤ ਹੀ ਵੈਲ ਐਜੂਕੇਟਡ ਸਟਾਫ ਹੈ। ਤਾਂ ਸਰ, ਪੰਜਾਬ ਦੇ ਜਿਹੜੇ ਪ੍ਰਾਇਮਰੀ ਸਕੂਲ ਨੇ ਉਹ ਬਿਨਾਂ ਕਿਸੇ ਸ਼ੱਕ ਤੋਂ ਬੜਾ ਵਧੀਆ ਇੱਕ ਪਲੇਟਫਾਰਮ ਪ੍ਰੋਵਾਈਡ ਕਰ ਰਹੇ ਨੇ ਬੱਚਿਆਂ ਨੂੰ। ਹਾਂਜੀ, ਇੱਕ ਸਾਡੇ ਜਿਹੜੀ ਸਤਰੰਗੀ ਪੀਂਘ ਪੈ ਚੁੱਕੀ ਹੈ ਵਿੱਦਿਅਕ ਢਾਂਚੇ ਦੀ, ਉਹ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪਈ ਹੋਈ ਹੈ।
ਤੇ ਇਸ ਜਿਹੜੀ ਪੀਂਘ ਹੈ ਇਹਨੂੰ ਹੁਲਾਰਾ ਦੇਣ ਵਾਸਤੇ ਸਾਡੀ ਸਰਕਾਰ ਵੱਲੋਂ, ਸਾਡੇ ਅਧਿਆਪਕਾਂ ਵੱਲੋਂ, ਵਿਭਾਗ ਵੱਲੋਂ ਬਾਰ-ਬਾਰ ਅਜਿਹੇ ਯਤਨ ਕੀਤੇ ਜਾ ਰਹੇ ਆ, ਜਿਹਦੇ ਵਿੱਚ ਸਾਡੇ ਬੱਚੇ ਕੇਵਲ ਸਕੂਲਾਂ 'ਚ ਪੜ੍ਹਨ ਹੀ ਨਹੀਂ ਜਾਂਦੇ, ਸਗੋਂ ਮਨੋਰੰਜਨ ਵਾਸਤੇ ਉਹਨਾਂ ਦੇ ਜਿਵੇਂ ਖੇਡ ਸਮੱਗਰੀ ਪ੍ਰਾਇਮਰੀ ਦੇ ਵਿੱਚ ਪ੍ਰਦਾਨ ਕੀਤੀ ਗਈ ਹੈ, ਤੇ ਖੂਬਸੂਰਤ ਜਿਹੜੇ ਪ੍ਰੀ ਪ੍ਰਾਇਮਰੀ ਦੇ ਰੂਮਜ਼ ਨੇ, ਤੇ ਉਹਨਾਂ ਦੇ ਵਿੱਚ ਅੱਛੇ ਜਿਹੜੇ ਝੂਲੇ ਲੱਗੇ ਹੋਏ ਨੇ, ਜਿਹੜੇ ਕਿ ਚੰਗੇ ਪਾਰਕਾਂ ਵਿੱਚ ਵੀ ਨਹੀਂ ਹੁੰਦੇ, ਪਰ ਉਹ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਲੱਗੇ ਹੋਏ ਨੇ। ਇਹ ਸਾਰੀਆਂ ਚੀਜ਼ਾਂ ਸਾਡੇ ਸਰਕਾਰੀ ਸਕੂਲਾਂ ਦਾ ਦਾਖਲਾ ਵਧਣ ਦੇ ਵਿੱਚ ਸਹਾਈ ਹੋਈਆਂ ਨੇ, ਤੇ ਇਹ ਹੀ ਸਾਡੀ ਸਫਲਤਾ ਦਾ ਰਾਜ ਹੈ ਕਿ ਅਸੀਂ ਬੱਚੇ ਦੀ ਹਰੇਕ ਤਰ੍ਹਾਂ ਦੀ ਜਿਹੜੀ ਤਮੰਨਾ ਹੈ ਉਹਨੂੰ ਪੂਰਾ ਕਰਨ ਵਾਸਤੇ ਸਾਡੇ ਵਿਭਾਗ ਵੱਲੋਂ ਯਤਨ ਜਾਰੀ ਨੇ। ਜੀ ਸਰ, ਬਿਲਕੁਲ। ਤੇ ਵਿਭਾਗ ਨੇ ਸਰ ਇੱਕ ਹੋਰ ਚੀਜ਼ ਜਿਹੜੀ ਬੜੀ ਖੂਬਸੂਰਤ ਕੀਤੀ ਹੈ ਕਿ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਉਹਨਾਂ ਨੂੰ ਵੀ ਸੰਭਾਲ ਕੇ ਰੱਖਿਆ, ਤੇ ਉਹਨਾਂ ਦੇ ਨਾਲ ਆਧੁਨਿਕੀਕਰਨ ਵੀ ਉਹਨਾਂ ਦਾ ਕੀਤਾ ਗਿਆ ਆ, ਉਹਨਾਂ ਨੂੰ ਅਪਗ੍ਰੇਡ ਕੀਤਾ ਗਿਆ। ਜਿਵੇਂ ਅਮਰਦੀਪ ਜੀ ਕਿਹਾ ਜਾਂਦਾ ਕਿ ਨਵਾਂ 9 ਦਿਨ ਪੁਰਾਣਾ 100 ਦਿਨ ਜੀ। ਸਾਡੇ ਬਹੁਤ ਹੀ ਮਜ਼ਬੂਤ ਜਿਹੜੀਆਂ ਇਮਾਰਤਾਂ ਨੇ, ਸਾਡੀ ਵਿਰਾਸਤ ਹੈ ਉਹ, ਤੇ ਉਹ ਸਾਡੇ ਸਕੂਲਾਂ ਦੇ ਵਿੱਚ ਵੀ ਨੇ ਜਿਵੇਂ ਹੋਰ ਸੰਸਥਾਵਾਂ 'ਚ ਹੈ। ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਹਰ ਮੌਸਮ ਦੇ ਮੁਤਾਬਕ ਢਲਣ ਵਾਲੀਆਂ ਜਿਹੜੀਆਂ ਇਮਾਰਤਾਂ ਸੀ ਉਹਨਾਂ ਨੂੰ ਸਹੀ ਸਮੇਂ 'ਤੇ ਪਿਛਲੇ ਕੁਝ ਸਾਲਾਂ ਦੌਰਾਨ ਸਾਡੀ ਸਰਕਾਰ ਦੁਆਰਾ ਤੇ ਵਿਭਾਗ ਦੁਆਰਾ ਸੰਭਾਲਣ ਦਾ ਉਦਮ ਕੀਤਾ ਗਿਆ, ਅਤੇ ਉਹਨਾਂ ਦੇ ਨਾਲ ਜਿਹੜੀਆਂ ਨਵੀਆਂ ਇਮਾਰਤਾਂ ਉਹ ਜੋੜੀਆਂ ਗਈਆਂ। ਹੋਰ ਬਹੁਤ ਸਾਰੀਆਂ ਇਸ ਕਿਸਮ ਦੀਆਂ ਸਹੂਲਤਾਂ ਸੀ ਕਿ ਜਿਨ੍ਹਾਂ ਨੇ ਸਾਡੇ ਸਕੂਲਾਂ ਨੂੰ ਖੂਬਸੂਰਤੀ ਜਿਹੜੀ ਹੈ ਪ੍ਰਦਾਨ ਕੀਤੀ ਹੈ। ਅਮਰਦੀਪ ਜੀ, ਇਹੀ ਖੂਬਸੂਰਤੀ ਹੈ ਕਿ ਪੁਰਾਣੀ ਚੀਜ਼ ਨੂੰ ਸੰਭਾਲ ਕੇ ਰੱਖੋ ਅਤੇ ਉਹਦੇ ਨਾਲ ਲੋੜ ਅਨੁਸਾਰ ਨਵਾਂ ਢਾਂਚਾ ਵੀ ਵਿਕਸਿਤ ਕਰਦੇ ਰਹੀਏ। ਜੀ ਸਰ, ਜਦੋਂ ਅਸੀਂ ਇਹਨਾਂ ਇਮਾਰਤਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਬੜੀ ਇੱਕ ਵਿਲੱਖਣ ਜਿਹੜੀ ਦੇਖਾ ਉਹ ਨਜ਼ਰ ਆਉਂਦੀ ਆ, ਤੇ ਇਹਨਾਂ ਦੇ ਅੰਦਰ ਜਾ ਕੇ ਆਧੁਨਿਕ ਜਿਹੜੀਆਂ ਸਹੂਲਤਾਂ ਨੇ ਉਹ ਵੀ ਸਾਨੂੰ ਦਿਖਦੀਆਂ ਨੇ। ਹਾਂ, ਦੇਖੋ ਖੂਬਸੂਰਤ ਕੰਪਿਊਟਰ ਲੈਬਸ, IT ਨਾਲ ਰਿਲੇਟਡ ਜਿਹੜੇ ਨਵੇਂ ਸਾਡੇ ਕਿੱਤਾ ਮੁਖੀ ਕੋਰਸ ਆਏ ਨੇ ਉਹ ਹੋ ਗਏ। ਹੋਰ ਤਾਂ ਹੋਰ ਅਮਰਦੀਪ ਜੀ, ਬਹੁਤ ਸਾਰੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਿਹੜੀ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰਤ ਹੈ, ਟ੍ਰੈਫਿਕ ਰੂਲਜ਼ ਸਿਖਾਉਣ ਵਾਸਤੇ ਟ੍ਰੈਫਿਕ ਪਾਰਕ ਬਣਾਏ ਗਏ ਨੇ ਜੀ, ਤੇ ਤਾਂ ਕਿ ਸਾਡੇ ਬੱਚੇ ਸਕੂਲ ਦੇ ਵਿੱਚੋਂ ਇੱਕ ਪਰਿਪੱਕ, ਇੱਕ ਵਧੀਆ ਸੂਝਵਾਨ ਇਨਸਾਨ ਬਣ ਕੇ ਬਾਹਰ ਆਉਣ। ਆਓ ਦੇਖਦੇ ਹਾਂ ਇਸੇ ਤਰ੍ਹਾਂ ਦੀਆਂ ਕੁਝ ਖੂਬਸੂਰਤ ਝਲਕੀਆਂ। ਮੇਜਰ ਸਿੰਘ, ਲੈਕਚਰਰ ਇਕਨੋਮਿਕਸ। ਜੇਕਰ ਜੀਵਨਮਲ ਸਕੂਲ ਦੀ ਗੱਲ ਕਰੀਏ ਤਾਂ ਇਸ ਸਕੂਲ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ। 1907 ਵਿੱਚ ਇਹ ਹੋਂਦ ਵਿੱਚ ਆਇਆ। ਇਸ ਸਕੂਲ ਵਿੱਚ ਹੁਣ +2 ਤੱਕ ਕਲਾਸਾਂ ਚੱਲਦੀਆਂ, ਜਿਸ ਵਿੱਚ ਮੈਡੀਕਲ, ਨਾਨ ਮੈਡੀਕਲ, ਕਮਰਸ ਅਤੇ ਆਰਟਸ ਦੀਆਂ ਕਲਾਸਾਂ ਵੀ ਚੱਲ ਰਹੀਆਂ ਨੇ। ਉਸ ਦੇ ਨਾਲ ਹੀ ਸਿਕਿਉਰਿਟੀ ਅਤੇ ਆਟੋਮੋਬਾਈਲ ਦੀਆਂ ਕਲਾਸਾਂ ਵੀ ਚੱਲਦੀਆਂ ਨੇ। ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਦੀ ਜੇਕਰ ਗੱਲ ਕਰੀਏ ਤਾਂ ਅੱਜ ਸਮਾਜ ਦੇ ਹਰ ਵਰਗ ਦੇ ਲੋਕ ਜਿਹੜੇ ਆ ਸਰਕਾਰੀ ਸਕੂਲਾਂ ਵੱਲ ਝੁਕਾਅ ਦਿਖਾ ਰਹੇ ਆ। ਜਿੱਥੇ ਕਿਤੇ ਸਰਕਾਰੀ ਸਕੂਲਾਂ ਨੂੰ ਕੇਵਲ ਗਰੀਬਾਂ ਦੇ ਸਕੂਲ ਕਿਹਾ ਜਾਂਦਾ ਸੀਗਾ, ਅੱਜ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਬਹੁਤ ਵੱਡੇ ਸਿਆਸਤਦਾਨਾਂ ਦੇ, ਸਰਕਾਰੀ ਅਧਿਕਾਰੀਆਂ ਦੇ, ਅਧਿਆਪਕਾਂ ਦੇ, ਡਾਕਟਰਸ ਦੇ, ਪੁਲਿਸ ਵਿਭਾਗ ਦੇ ਅਧਿਕਾਰੀਆਂ ਦੇ ਬੱਚੇ ਸਾਡੇ ਸਕੂਲਾਂ 'ਚ ਦਾਖਲਾ ਲੈ ਰਹੇ ਆ। ਔਰ ਜਦੋਂ ਹਰ ਵਰਗ ਦੇ ਬੱਚੇ, ਹਰ ਵਰਗ ਦੇ ਨਾਗਰਿਕ ਸਾਡੇ ਸਕੂਲਾਂ 'ਚ ਵਿਸ਼ਵਾਸ ਦਿਖਾ ਰਹੇ ਆ, ਤਾਂ ਪ੍ਰਤੱਖ ਰੂਪ ਵਿੱਚ ਇਹ ਚੀਜ਼ ਪ੍ਰਗਟ ਹੁੰਦੀ ਹੈ ਕਿ ਇਹ ਸਕੂਲਾਂ ਨੇ ਤਰੱਕੀ ਕੀਤੀ ਹੈ। ਔਰ ਸਕੂਲ ਅੱਜ ਇਹਨਾਂ ਦਾ ਮੁਕਾਬਲਾ ਕਰਨ ਵਾਲੇ ਕੋਈ ਵੀ ਸਕੂਲ ਜਿਹੜੇ ਹੋਰ ਸਮਾਜ ਦੇ ਵਿੱਚ ਸਾਡੇ ਦਿਖਾਈ ਨਹੀਂ ਦਿੰਦੇ। ਔਰ ਦੂਜੀ ਗੱਲ ਕਿ ਇਸ ਪਹਿਲ ਨੂੰ ਦੇਖਦੇ ਹੋਇਆਂ ਸਾਡੇ ਅਧਿਆਪਕ ਵਰਗ 'ਤੇ ਹਮੇਸ਼ਾ ਹੀ ਸਮਾਜ ਵੱਲੋਂ ਇੱਕ ਤਾਨਾ ਹੁੰਦਾ ਸੀਗਾ ਕਿ ਸਰਕਾਰੀ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜ੍ਹਦੇ।
ਇਹ ਤਾਨਾ ਕਿਸੇ ਵੇਲੇ ਮੈਨੂੰ ਵੀ ਵੱਜਿਆ ਸੀ ਔਰ ਉਸ ਦੇ ਮੁਤਲਕ ਹੀ ਮੈਂ ਆਪਣੇ ਬੇਟੇ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਜੀਵਨਮਲ ਦੇ ਵਿੱਚ +1 ਦੇ ਵਿੱਚ ਦਾਖਲਾ ਦਿਖਾਇਆ ਪਿਛਲੇ ਸਾਲ। ਔਰ ਇਹ ਲਹਿਰ ਕਦੋਂ ਬਣ ਗਈ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ। ਅੱਜ ਸੈਂਕੜੇ ਅਧਿਆਪਕਾਂ ਦੇ ਬੱਚੇ, ਸੈਂਕੜੇ ਸਰਕਾਰੀ ਕਰਮਚਾਰੀਆਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲੈ ਰਹੇ ਆ। ਡਾਕਟਰ ਸਾਹਿਬ, ਬੜੀਆਂ ਅਸੀਂ ਖੂਬਸੂਰਤ ਝਲਕੀਆਂ ਦੇਖੀਆਂ ਨੇ। ਇੱਕ ਹੋਰ ਨਵੀਂ ਚੀਜ਼ ਦੇਖਣ ਨੂੰ ਆ ਰਹੀ ਹੈ ਕਿ ਲੋਕਾਂ ਦੇ ਵਿੱਚ, ਅਧਿਆਪਕਾਂ ਦੇ ਵਿੱਚ ਦਾਨ ਕਰਨ ਦੀ ਜਿਹੜੀ ਪ੍ਰਵਿਰਤੀ ਆ ਉਹਦਾ ਰੁਝਾਨ ਬਦਲਦਾ ਜਾ ਰਿਹਾ। ਉਹ ਹੌਲੀ-ਹੌਲੀ ਸਕੂਲਾਂ ਵੱਲ ਨੂੰ ਦਾਨ ਪੁੰਨ ਕਰਨਾ ਲੋਕਾਂ ਨੇ ਬਹੁਤ ਵਧਾ ਦਿੱਤਾ ਹੈ। ਕੀ ਕਹਿਣਾ ਤੁਹਾਡਾ? ਦੇਖੋ ਅਮਰਦੀਪ ਜੀ, ਇਹ ਅੱਛੀ ਗੱਲ ਹੈ ਵੀ ਸਾਡੇ ਸਕੂਲਾਂ ਵਾਸਤੇ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਸਾਡੇ ਅਧਿਆਪਕਾਂ ਨੇ ਵੀ ਕੀਤੀ ਹੈ, ਕਿਉਂਕਿ ਅਧਿਆਪਕਾਂ ਨੇ ਪਹਿਲਾਂ ਸ਼ੁਰੂਆਤ ਕੀਤੀ। ਕਿਸੇ ਨੇ ਆਪਣੇ ਪਿਤਾ ਜੀ ਦੀ ਯਾਦ 'ਚ ਸਕੂਲ 'ਚ ਕਮਰਾ ਬਣਵਾਤਾ, ਗੇਟ ਬਣਵਾਤਾ, ਪਾਣੀ ਦੀ ਟੈਂਕੀ ਬਣਵਾਤੀ ਜਾਂ ਫਰਨੀਚਰ ਦੇਤਾ। ਤੇ ਉਸ ਰੁਝਾਨ ਨੂੰ ਦੇਖਦੇ ਹੋਏ, ਕਿਉਂਕਿ ਅਧਿਆਪਕ ਵੀ ਸਮਾਜ ਦਾ ਹੀ ਹਿੱਸਾ ਹੈ, ਤਾਂ ਉਹ ਇੱਕ ਮੋਟੀਵੇਸ਼ਨ ਦੇ ਰੂਪ ਦੇ ਵਿੱਚ ਸਾਹਮਣੇ ਆਈ। ਤੇ ਅੱਜ ਤਾਂ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਰਹੀ ਹੈ ਕਿ ਸਕੂਲਾਂ ਦੇ ਸਕੂਲ ਆ ਜਿਹੜੇ, ਉਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਸਾਡੇ ਪ੍ਰਵਾਸੀ ਵੀਰ ਜਾਂ ਸਾਡੇ ਸਥਾਨਕ ਦਾਨੀ ਸੱਜਣ ਵੱਡੀ ਮਾਤਰਾ ਦੇ ਵਿੱਚ ਹੈ ਜਿਹੜਾ ਉਹ ਧਨ ਹੈ ਉਹ ਮੁਹੱਈਆ ਕਰਾ ਰਹੇ ਨੇ ਜੀ। ਤੇ ਇਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਸਕੂਲਾਂ ਨਾਲ ਆਪਣੀ ਅਪਣਾਤਾ ਉਹ ਜ਼ਰੂਰ ਕਿਤੇ ਨਾ ਕਿਤੇ ਵੱਧ ਰਹੀ ਹੈ। ਹਾਂ, ਕੋਈ ਵੀ ਸੰਸਥਾ ਜਿਵੇਂ ਜਿਸ ਤਰ੍ਹਾਂ ਹੁਣ ਕੱਲੀ ਸਰਕਾਰ ਨੂੰ ਅਸੀਂ ਨਹੀਂ ਕਹਿ ਸਕਦੇ, ਹੁਣ ਸਾਡੀ ਸਰਕਾਰ ਪੈਸੇ ਲਗਾਉਂਦੀ ਹੈ, ਧਨ ਦਿੰਦੀ ਹੈ ਵਿਦਿਅਕ ਸੰਸਥਾਵਾਂ ਵਾਸਤੇ, ਉਹਦੇ ਵਿੱਚ ਚਾਹੇ ਤੁਹਾਡਾ 15% ਦੀ ਹਿੱਸਾ ਵੀ ਹੋਵੇ ਤਾਂ ਤੁਹਾਨੂੰ ਇਹ ਲੱਗਦਾ ਕਿ ਇਹ ਸਕੂਲ ਸਾਡਾ ਹੈਗਾ। ਅਮਰਦੀਪ ਜੀ, ਜਿਹੜਾ ਇਹ ਦਾਨ ਕਰਨ ਦਾ ਰੁਝਾਨ ਹੈ ਤੇ ਇਹ ਇੱਕ ਅੱਛੇ ਸਮਾਜ ਦਾ ਸੰਕੇਤ ਹੈ ਤੇ ਸਾਡੇ ਸਿੱਖਿਆ ਵਿਭਾਗ ਲਈ ਸ਼ੁਭ ਸ਼ਗਨ ਹੈ। ਤਾਂ ਅੱਜ ਦਾ ਜ਼ਿਲ੍ਹਾ ਸੀ ਫਿਰੋਜ਼ਪੁਰ। ਅਗਲੇ ਐਪੀਸੋਡ ਦੇ ਵਿੱਚ ਕੋਈ ਹੋਰ ਜ਼ਿਲ੍ਹਾ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਮੈਨੂੰ ਅਮਰਦੀਪ ਬਾਠ ਨੂੰ ਤੇ ਮੈਨੂੰ ਡਾਕਟਰ ਸੁਖਦਰਸ਼ਨ ਚਹਿਲ ਨੂੰ ਦਿਓ ਇਜਾਜ਼ਤ। ਸ਼ੁਕਰੀਆ।